अस्सलाम वालेकुम। आज ਜਿਹੜਾ ਆਪਾਂ ਲੋਕ ਗੀਤ ਡਿਸਕਸ ਕਰਾਂਗੇ ਉਹਦਾ ਨਾਮ ਹੈ ਢੋਲਾ। ਢੋਲਾ ਸੀਐਸਐਲ 2016-22 ਚ ਹਰ ਸਾਲ ਆ ਰਿਹਾ ਲੋਕ ਅਦਬ ਦੇ ਅੰਦਰ। ਯਾਨੀ ਅਗਰ ਤੁਸੀਂ ਆਹ ਸਵਾਲ ਅਟੈਂਪਟ ਕਰਨਾ ਤਾਂ ਤੁਹਾਨੂੰ ਢੋਲਾ ਲਾਜ਼ਮੀ ਤਿਆਰ ਕਰਨਾ ਪਊਗਾ। ਤੇ ਇਹ ਇਕੱਲਾ ਵੀ ਯਾਨੀ ਸਪੈਸ਼ਲ ਵੀ 2018 ਤੇ 22 ਦੇ ਅੰਦਰ ਆ ਚੁੱਕਿਆ ਹੋਇਆ। ਲਿਹਾਜ਼ਾ ਇੱਕ ਨਿਹਾਇਤ ਹੀ ਮਸ਼ਹੂਰ ਸਵਾਲ ਹੈ, ਇਹਨੂੰ ਤੁਸੀਂ ਲਾਜ਼ਮੀ ਤਿਆਰ ਕਰੋ। ਹੁਣ ਆਪਾਂ ਇਹਦੀ ਡਿਟੇਲ ਜਾਣਾਂਗੇ। ਸਭ ਤੋਂ ਪਹਿਲੇ ਤਾਂ ਕੋਈ ਵੀ ਲੋਕ ਗੀਤ ਆਵੇ ਤੇ ਤੁਸੀਂ ਉਹਨੂੰ ਦੱਸਣਾ ਵਾ ਕਿ ਢੋਲਾ ਜਿਹੜਾ ਵਾ ਇਹ ਲੋਕ ਗੀਤ ਆ। ਤੇ ਲੋਕ ਗੀਤ ਦੀ ਡਿਟੇਲ ਕੀ ਆ? ਯਾਨੀ ਇਹ ਕਿਸੇ ਵੀ ਇਲਾਕੇ ਦੀ, ਖਸੂਸਨ ਪੰਜਾਬੀ ਇਲਾਕੇ ਦੀ ਸਕਾਫਤ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ ਤੇ ਇਹ ਆਮ ਲੋਕਾਂ ਦਾ ਗੀਤ ਹੁੰਦਾ ਹੈ ਤੇ ਇਹ ਸ਼ਾਇਰੀ ਦੀਆਂ ਫਨੀ ਖੂਬੀਆਂ ਤੋਂ ਇਲਾਵਾ ਹੁੰਦਾ ਹੈ ਤੇ ਇਹਨੂੰ ਆਮ ਲੋਕ ਹੀ ਬਣਾਉਂਦੇ ਨੇ ਤੇ ਆਮ ਲੋਕ ਹੀ ਗਾਉਂਦੇ ਨੇ। ਤੁਸੀਂ ਇਹ ਪਹਿਲਾ ਇੰਟਰੋਡਕਸ਼ਨ ਲਿਖ ਦੇਣਾ। ਅੱਗੇ ਤੁਸੀਂ ਉਹਦੀ ਡੈਫੀਨੇਸ਼ਨ ਨਾਲ ਆਣਾ ਹੈ। ਯਾਨੀ ਇੱਥੇ ਤੁਹਾਡਾ ਮੁਕੰਮਲ ਹੋ ਗਿਆ ਇੰਟਰੋ। ਹੁਣ ਤੁਸੀਂ ਆਣਾ ਉਹਦੀ ਡੈਫੀਨੇਸ਼ਨ ਨਾਲ। ਡੈਫੀਨੇਸ਼ਨ ਦੇ ਅੰਦਰ ਤੁਸੀਂ ਇਹ ਲਿਖਣਾ ਹੈ, ਇਹ ਉਹ ਗੀਤ ਹੈ ਜਿਹਦੇ ਅੰਦਰ ਮਹਿਬੂਬ ਨਾਲ ਗੱਲਾਂ ਕੀਤੀਆਂ ਜਾਂਦੀਆਂ ਹੈ। ਮਹਿਬੂਬ ਨਾਲ ਗੱਲਾਂ ਕੀਤੀਆਂ ਜਾਂਦੀਆਂ ਹੈ। ਉਹ ਗੱਲਾਂ ਹੁਣ ਮੁxtਲਿਫ ਤਰ੍ਹਾਂ ਵੀ ਕੀਤੀਆਂ ਜਾ ਸਕਦੀਆਂ ਹੈ। ਯਾਨੀ ਮਹਿਬੂਬ ਦੇ ਨਾਲ ਕੋਈ ਉਹ ਤਾਰੀਫ ਦਾ, ਮਹਿਬੂਬ ਦੀ ਤਾਰੀਫ ਕੀਤੀ ਜਾ ਸਕਦੀ ਹੈ, ਮਹਿਬੂਬ ਤੇ ਤਨਕੀਦ ਕੀਤੀ ਜਾ ਸਕਦੀ ਹੈ, ਮਹਿਬੂਬ ਨਾਲ ਕੋਈ ਸ਼ਿਕਵਾ ਕੀਤਾ ਜਾ ਸਕਦਾ ਹੈ, ਜਾਂ ਮਹਿਬੂਬ ਦੀ ਖੂਬਸੂਰਤੀ ਬਾਰੇ ਆਗਾਹ ਕੀਤਾ ਜਾ ਸਕਦਾ ਹੈ, ਜਾਂ ਮਹਿਬੂਬ ਤੋਂ ਦਿਲ ਉਚਾੜ ਹੋ ਜਾਵੇ ਇਹ ਦੱਸਿਆ ਜਾ ਸਕਦਾ ਹੈ। ਯਾਨੀ ਇਹਦਾ ਟੋਟਲ ਜਿੰਨੇ ਵੀ ਇਹਦੇ ਮੌਜੂ ਆ ਉਹਦੇ ਜਿਹੜੇ ਇਹਨਾਂ ਦੇ ਜਿਹੜੇ ਮੌਜੂ ਆ ਉਹਨਾਂ ਦੇ ਵਿੱਚੋਂ ਸਭ ਨਾਲੋਂ ਵੱਡਾ ਜਿਹੜਾ ਵਾ ਉਹ ਇੱਕ ਮਹਿਬੂਬ ਆ। ਯਾਨੀ ਮਹਿਬੂਬ ਹੀ ਇਹਦਾ ਟਾਰਗੇਟ ਆ। ਮਾਈਆਂ ਤੇ ਟੱਪਾ ਜਿਹੜਾ ਉਹਦੇ ਅੰਦਰ ਵੀ ਮਹਿਬੂਬ ਦੇ ਨਾਲ ਹੀ ਗੱਲਾਂ ਕੀਤੀਆਂ ਜਾਂਦੀਆਂ ਹੈ। ਹੋਰ ਇਹ ਤੋਂ ਇਲਾਵਾ ਵੀ ਇਹਦੇ ਅੰਦਰ ਕੁਝ ਮੌਜੂ ਹੋ ਸਕਦੇ ਆ। ਯਾਨੀ ਇਸ਼ਕੇ ਮਜਾਜ਼ੀ ਹੋ ਗਿਆ। ਇਸ਼ਕੇ ਮਜਾਜ਼ੀ ਤੋਂ ਨਾਲ ਇਸ਼ਕੇ ਹਕੀਕੀ ਵੀ ਕੁਝ ਕਦੀ ਕਦੀ ਆ ਜਾਂਦਾ ਹੈ। ਤੇ ਇਹਦੇ ਅੰਦਰ ਹੋਰ ਕਦੀ ਦਾਸਤਾਨਾ ਕੋਈ ਆ ਸਕਦੀ ਹੈ, ਜਾਂ ਕੋਈ ਤਸਵੁਫ ਦੀ ਗੱਲ ਆ ਸਕਦੀ ਆ, ਜਾਂ ਮਹਿਬੂਬ ਦੇ ਵਿਛੋੜੇ ਦਾ ਬਿਆਨ ਵੀ ਹੋ ਸਕਦਾ ਹੈ। ਯਾਨੀ ਆ ਇਹਦੇ ਮੌਜੂ ਆ। ਤੇ ਇਹਦਾ ਜਿਹੜਾ ਸਟਰਕਚਰ ਹੋਏਗਾ, ਇਹਦਾ ਸਟਰਕਚਰ ਕੋਈ ਫਿਕਸ ਨਹੀਂ ਆ। ਯਾਨੀ ਇਹ ਮੁxtਲਿਫ ਹੋ ਸਕਦਾ ਵਾ। ਜਿੱਦਾਂ ਕਿ ਬੋਲੀ ਆ ਇਹ ਇੱਕ ਲੈਣ ਦਾ ਵਾ, ਜਾਂ ਇਹਦੇ ਅੰਦਰ ਜਿੱਦਾਂ ਲੋਰੀ ਆ, ਯਾਨੀ ਮੁxtਲਿਫ ਸਟਰਕਚਰ ਇਹਨਾਂ ਦਾ ਹੋ ਸਕਦਾ ਵਾ। ਲਿਆਦਾ ਤੁਸੀਂ ਇਹਦੇ ਸਟਰਕਚਰ ਨੂੰ ਡਿਸਕਸ ਨਾ ਕਰਨਾ। ਹੁਣ ਆਪਾਂ ਕੋਈ ਮਸ਼ਹੂਰ ਜਿਹੜੇ ਢੋਲੇ ਆ ਉਹਨਾਂ ਨੂੰ ਡਿਸਕਸ ਕਰਾਂਗੇ। ਤੇ ਢੋਲਾ ਜਿਹੜਾ ਹੈਗਾ ਵਾ ਇਹ ਥੋੜਾ ਜਿਹਾ ਮੁਸ਼ਕਲ ਹੁੰਦਾ ਵਾ ਲੋਰੀ ਤੋਂ, ਜਾਂ ਦੂਸਰੇ ਟੱਪੇ ਤੋਂ, ਜਾਂ ਮਾਹੀਏ ਤੋਂ। ਲਿਆਦਾ ਤੁਸੀਂ ਬਿਲਕੁਲ ਕਨਫਿਊਜ਼ ਨਹੀਂ ਹੋਣਾ ਤੇ ਇਹਨੂੰ ਤੁਸੀਂ ਯਾਦ ਰੱਖਣਾ ਵਾ। ਪਹਿਲਾ ਜਿਹੜਾ ਹੈਗਾ ਵਾ ਉਹ ਇੰਤਹਾਈ ਆਸਾਨ ਆ। ਯਾਨੀ ਸਾਨੂੰ ਸਾਨੂੰ ਜਾਣੇ, ਸਾਨੂੰ ਜਾਣੇ ਤੇ ਭਾਵੇਂ ਨਾ ਜਾਣੇ, ਸਾਨੂੰ ਜਾਣੇ ਤੇ ਭਾਵੇਂ, ਯਾਨੀ ਭਾਵੇਂ ਨਾ ਜਾਣੇ। ਯਾਨੀ ਉਹ ਸਾਨੂੰ, ਸਾਡਾ ਮਹਿਬੂਬ ਸਾਨੂੰ ਕੁਝ ਜਾਣਦਾ ਵਾ ਜਾਂ ਨਹੀਂ ਜਾਣਦਾ, ਠੀਕ ਆ। ਲੇਕਿਨ ਜਿਹੜਾ ਸਾਡਾ ਜੋ ਢੋਲਾ ਵਾ, ਯਾਨੀ ਜਿਹੜਾ ਮੇਰਾ ਢੋਲ ਆ, ਉਹ ਕੀ ਕਰੇ? ਸਦਾ ਜਵਾਨੀਆਂ ਮਾਰੇ, ਸਦਾ ਜਵਾਨੀਆਂ ਮਾਰੇ। ਯਾਨੀ ਇਹਦੇ ਅੰਦਰ ਜਿਹੜਾ ਮਹਿਬੂਬ ਆ ਆਪਣੇ ਮਹਿਬੂਬ ਨੂੰ ਕਹਿ ਰਿਹਾ ਵਾ ਕਿ ਉਹ ਭਲਾ ਸਾਨੂੰ ਜਾਣਦਾ ਵਾ ਜਾਂ ਨਹੀਂ ਜਾਣਦਾ। ਯਾਨੀ ਸਾਡੇ ਕੰਮ ਆਂਦਾ ਵਾ ਜਾਂ ਨਹੀਂ ਆਂਦਾ, ਸਾਨੂੰ ਕੁਝ ਸਮਝਦਾ ਵਾ ਜਾਂ ਨਹੀਂ ਸਮਝਦਾ, ਲੇਕਿਨ ਉਹ ਸਾਡਾ ਮਹਿਬੂਬ ਆ। ਲਿਹਾਜ਼ਾ ਉਹ ਸਦਾ ਜਵਾਨੀਆਂ ਮਾਰੇ। ਇਹ ਇੱਕ ਇੰਤਹਾਈ ਆਸਾਨ ਢੋਲਾ ਵਾ ਜਿਹੜਾ ਕਿ ਮੈਂ ਲਿਖ ਦਿੱਤਾ ਤੇ ਤੁਸੀਂ ਇਹਨੂੰ ਯਾਦ ਕਰ ਲੈਣਾ। ਇਹ ਮੈਂ ਤੁਹਾਡੇ ਅੱਗੇ 3 ਲਿਖਾਂਗਾ। ਲਿਹਾਜ਼ਾ ਤੁਸੀਂ ਇਹਦੇ 'ਚ ਬਿਲਕੁਲ 3 ਦੇ 3 ਨਾ ਤਿਆਰ ਕਰੋ, ਕੋਈ 2 ਤਿਆਰ ਕਰ ਲਓ, ਕਿਉਂਕਿ ਢੋਲਾ ਜਿਹੜਾ ਹੈਗਾ ਵਾ ਇਹ ਥੋੜਾ ਜਿਹਾ ਮੁਸ਼ਕਲ ਆ। ਦੂਸਰਾ ਲਿਖਾਂਗਾ ਕਿ ਮੈਂ ਇੱਥੇ, ਮੈਂ ਇੱਥੇ, ਯਾਨੀ ਮੈਂ ਤੇ ਇੱਥੇ ਰਹਿੰਦਾ ਵਾਂ। ਜਿਹੜਾ ਮਾਹੀ ਆ, ਮਾਹੀ ਮੇਰਾ ਸਵਦਰੇ, ਮਾਹੀ ਮੇਰਾ ਸਵਦਰੇ, ਯਾਨੀ ਮੇਰਾ ਮਾਹੀ ਦੂਰ ਰਹਿੰਦਾ ਮੇਰੇ ਤੋਂ। ਤੇ ਮੇਰਾ ਪਲ ਪਲ ਦਿਲ, ਮੇਰਾ ਪਲ ਪਲ ਦਿਲ ਪਿਆ ਉਧਰੇ, ਪਿਆ ਉਧਰੇ। ਯਾਨੀ ਮੈਂ ਤੇ ਇੱਥੇ ਰਹਿੰਦਾ ਵਾਂ, ਲੇਕਿਨ ਮਾਹੀ ਮੇਰਾ ਜਿਹੜਾ ਹੈਗਾ ਵਾ ਉਹ ਕਿਤੇ ਹੋਰ ਰਹਿੰਦਾ ਵਾ, ਤੇ ਮੇਰਾ ਜਿਹੜਾ ਦਿਲ ਹੈਗਾ ਵਾ ਉਹ ਪਲ ਪਲ ਉਹਦੇ ਅੱਲੀ ਜਾਂਦਾ ਵਾ। ਲਿਹਾਜ਼ਾ ਧੰਨ ਮੇਰਾ ਜਿਗਰ, ਧੰਨ ਮੇਰਾ ਜਿਗਰ ਜਿਵੇਂ ਡੋਲਾ, ਧੰਨ ਮੇਰਾ ਜਿਗਰ ਜਿਵੇਂ ਡੋਲਾ। ਯਾਨੀ ਜਿੱਦਾਂ ਮੇਰਾ ਜਿਗਰ ਆ ਉਦਾਂ ਹੀ ਮੇਰਾ ਡੋਲਾ ਸਦਾ ਜੀਵੇ। ਇਹ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ ਵਾਂ। ਮੈਂ ਇੱਥੇ, ਯਾਨੀ ਇਹ ਤੁਹਾਨੂੰ ਮੁਸ਼ਕਲ ਲੱਗ ਰਿਹਾ ਹੋਵੇਗਾ ਲੇਕਿਨ ਆਸਾਨ ਆ। ਤੁਸੀਂ ਇਹਨੂੰ ਇਦਾਂ ਯਾਦ ਰੱਖਣਾ, ਮੈਂ ਇੱਥੇ, ਮਾਹੀ ਮੇਰਾ ਸਵਦਰੇ, ਮੇਰਾ ਪਲ ਪਲ ਦਿਲ ਪਿਆ ਉਧਰੇ, ਧੰਨ ਮੇਰਾ ਜਿਗਰ ਜਿਵੇਂ ਢੋਲਾ। ਤੇ ਹੁਣ ਮੈਂ ਤੁਹਾਡੇ ਅੱਗੇ ਉਹ ਤੀਸਰਾ ਲਿਖਾਂਗਾ ਜਿਹਨੂੰ ਕਿ ਤੁਸੀਂ ਯਾਦ ਕਰ ਲੈਣਾ ਹੈ। ਇਹ 3 ਜੋ ਤੁਸੀਂ ਕੋਈ 2 ਵੀ ਯਾਦ ਕਰ ਸਕਦੇ ਹੋ, ਤੇ ਇਹਦੀ ਥੋੜੀ ਥੋੜੀ ਤਸ਼ਰੀਹ ਲਿਖ ਕੇ ਤੁਸੀਂ ਆਪਣਾ ਕੰਮ ਬਣਾ ਸਕਦੇ ਹੋ। ਅਲਫ, ਅਲਫ ਆ ਮੀਆਂ ਢੋਲਾ, ਅਲਫ ਆ ਮੀਆਂ ਢੋਲਾ, ਬੈਠੀ ਮੋਤੀ ਪਰੋਵਾਂ, ਬੈਠੀ ਮੋਤੀ ਪਰੋਵਾਂ। ਅਲਿਫ ਆ ਮੀਆਂ ਢੋਲਾ, ਬੈਠੀ ਮੋਤੀ ਪਰੋਵਾਂ, ਲਿਖਿਆ ਪੈ ਗਿਆ ਝੋਲੀ।
ਅਲਫ ਆ ਮੀਆਂ ਢੋਲਾ ਬੈਠੀ ਮੋਤੀ ਪਰੋਵਾਂ ਲਿਖਿਆ ਲਿਖਿਆ ਪੈ ਗਿਆ ਕਿਸਮਤ ਲਿਖਿਆ ਪੈ ਗਿਆ ਕਿਸਮਤ ਯਾਨੀ ਜਿਹੜਾ ਕਿਸਮਤ ਦੇ ਅੰਦਰ ਲਿਖਿਆ ਹੋਇਆ ਸੀ ਉਹੀ ਮੈਨੂੰ ਹਾਸਲ ਹੋਇਆ। ਹੁਣ ਬੈਠੀ ਬੈਠੀ ਛਮ ਛਮ ਰੋਵਾਂ ਬੈਠੀ ਛਮ ਛਮ ਰੋਵਾਂ ਯਾਨੀ ਇਹਦੇ 'ਚ ਉਹ ਸ਼ਿਕਵਾ ਕਰ ਰਹੀ ਹੈ, ਇਹ ਆਪਣੇ ਮਹਿਬੂਬ ਨੂੰ ਦੱਸ ਰਹੀ ਹੈ ਕਿ ਅਲਿਫ ਆ ਮੀਆਂ ਟੋਲਾ ਬੈਠੀ ਮੋਤੀ ਪਰੋਵਾਂ ਯਾਨੀ ਹੁਣ ਮੈਂ ਮੋਤੀ ਪਰੋਂਦੀ ਆ। ਹੁਣ ਹੋਇਆ ਕੀ ਸੀ ਕਿ ਜੋ ਲਿਖਿਆ ਹੋਇਆ ਸੀ ਮੇਰੀ ਕਿਸਮਤ 'ਚ ਉਹੀ ਮੈਨੂੰ ਮਿਲ ਗਿਆ, ਲਿਹਾਜ਼ਾ ਮੈਂ ਤੈਨੂੰ ਹਾਸਲ ਨਹੀਂ ਹੋ ਸਕੀ, ਲੇਕਿਨ ਹੁਣ ਮੈਂ ਵੀ ਬੈਠੀ ਛਮ ਛਮ ਰੋ ਰਹੀ ਹਾਂ ਤੇ ਤੂੰ ਵੀ ਬੈਠਾ ਛਮ ਛਮ ਰੋ। ਯਾਨੀ ਇਹ ਤਾਂ ਹੁਣ ਟੋਟਲ ਖੁਲਾਸਾ ਇਹ ਆ ਕਿ ਤੁਸੀਂ ਕੋਈ ਵੀ ਆਵੇ ਗੀਤ, ਤੁਸੀਂ ਪਹਿਲੇ ਉਹਦਾ ਇੰਟਰੋ ਦੱਸਣਾ ਹੈ, ਉਸ ਤੋਂ ਬਾਅਦ ਉਹਦੀ ਡੈਫੀਨੇਸ਼ਨ, ਫਿਰ ਉਹਦਾ ਮੌਜੂ, ਫਿਰ ਉਹਦਾ ਸਟਰਕਚਰ, ਤੇ ਫਿਰ ਤੁਸੀਂ 2-3 ਟੋਲੇ ਜਾਂ 2-3 ਉਹਦੀਆਂ ਸ਼ੇਡ ਲਿਖ ਕੇ ਤੇ ਉਹਨੂੰ 2-2 ਲਾਈਨਾਂ ਦਾ ਐਕਸਪਲੇਨ ਕਰ ਦੇਣਾ ਹੈ। ਇਨਸ਼ਾਅੱਲਾ ਤੁਹਾਨੂੰ 8 ਚੋਂ 7 ਨੰਬਰ ਲਾਜ਼ਮੀ ਲੱਭ ਜਾਣਗੇ। ਅਗਰ ਇਹ 16 ਨੰਬਰ ਦਾ ਹੋਇਆ ਤਾਂ ਤੁਸੀਂ 14 ਨੰਬਰ ਤੱਕ ਵੀ ਹਾਸਲ ਕਰ ਸਕਦੇ ਨੇ। ਤੇ ਪੰਜਾਬੀ ਲਿਖਣ ਦੀ ਬਿਲਕੁਲ ਪਰਵਾਹ ਨਹੀਂ ਕਰਨੀ, ਤੁਸੀਂ ਬਸ ਇਹਨੂੰ ਲਿਖਦੇ ਜਾਣਾ ਹੈ ਤੇ ਇਹ ਲਿਖੀ ਜਾਊਗੀ। ਯਾਨੀ ਤੁਸੀਂ ਅਗਰ ਇਹਦੇ ਮੁਕੰਮਲ ਤੌਰ ਤੇ ਇਹਨੂੰ ਆਪਣੇ ਸਟਰਕਚਰ ਦੇ ਅੰਦਰ ਲਿਖਣਾ ਚਾਹੋ ਤਾਂ ਤੁਸੀਂ ਵੀ ਇਹਨੂੰ ਲਿਖ ਸਕਦੇ ਹੋ। ਜ਼ਰੂਰੀ ਨਹੀਂ ਕਿ ਜਿਹੜਾ ਇਹਦਾ ਕਿਤਾਬਾਂ 'ਚ ਸਟਰਕਚਰ ਲਿਖਿਆ ਹੈ ਤੁਸੀਂ ਉਹਦੇ ਮੁਤਾਬਕ ਹੀ ਇਹਨੂੰ ਲਿਖੋ। ਤੁਸੀਂ ਇਨਸ਼ਾਅੱਲਾ ਇਹ ਕਰੋ ਕੰਮ ਤੇ ਤੁਹਾਡੇ 90 ਨੰਬਰ ਨਾ ਆਉਣ ਤਾਂ ਫਿਰ ਸਾਨੂੰ ਕਹੀਓ। अगर आप किसी भी मुकाबला जाती इम्तिहान CSS, PMS, PPSC के लिए परेशान हैं तो परेशानी छोड़ गए और स्कॉलर अकेडमी को सब्सक्राइब कीजिए और मुस्तकबिल को बेहतर बनाइए।